ਸਤਿ ਸ਼੍ਰੀ ਅਕਾਲ ਦੋਸਤੋ, ਵੈਲਕਮ ਟੂ ਡੋਰ ਸਟੈਪ ਐਜੂਕੇਸ਼ਨ ਪੁਆਇੰਟ। ਅੱਜ ਦੀ ਵੀਡੀਓ ਵਿੱਚ ਅੰਗਰੇਜ਼ੀ ਪੈਡਾਗੋਜੀ ਦੇ ਕੁਝ ਕਨਸੈਪਟ ਨੂੰ ਸਮਝਣ ਜਾ ਰਹੇ ਹਾਂ। ਪੀਐਸ ਟੈਟ ਐਂਡ ਸੀਟੈਟ ਪੇਪਰ 1 ਅਤੇ 2 ਦੀ ਤਿਆਰੀ ਕਰ ਰਹੇ ਸਟੂਡੈਂਟਸ ਇਸ ਵੀਡੀਓ ਨੂੰ ਧਿਆਨ ਨਾਲ ਦੇਖਣ ਤਾਂ ਜੋ ਤੁਹਾਡੀ ਸਮਝ ਵਧੇ। ਸਮਝ ਵਧਣ ਦੇ ਨਾਲ ਤੁਹਾਡੇ ਨੰਬਰ ਵੀ ਵਧਣਗੇ। ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ। ਅੱਜ ਦੀ ਵੀਡੀਓ ਵਿੱਚ ਕੀ ਕੁਝ ਸਮਝਾਂਗੇ ਇਹਦੇ ਬਾਰੇ ਮੈਂ ਦੱਸ ਦਿੰਨਾ ਆ। ਲੈਂਗੁਏਜ ਐਕਵਾਜੀਸ਼ਨ ਵਰਸਸ ਲੈਂਗੁਏਜ ਲਰਨਿੰਗ। ਇਸ ਤੋਂ ਬਾਅਦ ਆਪਾਂ ਸਮਝਾਂਗੇ ਨੋਮ ਚੋਮਸਕੀ ਦੀ ਥਿਊਰੀ ਲੈਂਗੁਏਜ ਐਕਵਾਜੀਸ਼ਨ ਡਿਵਾਈਸ। ਉਸ ਤੋਂ ਬਾਅਦ ਆਪਾਂ ਸਮਝਾਂਗੇ ਸਟੀਫਨ ਕ੍ਰੈਸ਼ਨ ਦੀ ਜਿਹੜੀ ਥਿਊਰੀ ਹੈਗੀ ਆ ਸੈਕੰਡ ਲੈਂਗੁਏਜ ਐਕਵਾਜੀਸ਼ਨ। ਉਸ ਤੋਂ ਬਾਅਦ ਅਸੀਂ ਸਮਝਾਂਗੇ ਪਿਆਜੇ ਥਿਊਰੀ ਆਫ ਕੋਗਨੀਟਿਵ ਡਿਵੈਲਪਮੈਂਟ ਐਂਡ ਉਸ ਤੋਂ ਬਾਅਦ ਵਾਈਗੋਟਸਕੀ ਦੀ ਸੋਸ਼ਲ ਇੰਟਰੈਕਸ਼ਨ ਥਿਊਰੀ ਤੇ ਉਸ ਤੋਂ ਬਾਅਦ ਬਿਹੇਵਰਿਸਟ ਅਪਰੋਚ ਸਕਿਨਰ ਐਂਡ ਪੈਵਲਵ, ਕੋਗਨੀਟਿਵ ਅਪਰੋਚ ਚੋਮਸਕੀ ਅਤੇ ਪਿਆਜੇ ਤੇ ਲਾਸਟ ਤੇ ਆਪਾਂ ਕ੍ਰੈਸ਼ਨ ਦੀ ਥਿਊਰੀ ਨੂੰ ਦੁਬਾਰਾ ਤੋਂ ਸਮਝਾਂਗੇ। ਸਮਰਾਈਜ਼ ਜਿਹੜਾ ਕੀਤਾ ਹੋਇਆ ਇਹਨੂੰ ਵੀ ਆਪਾਂ ਦੇਖ ਲਵਾਂਗੇ। ਸੋ ਸ਼ੁਰੂਆਤ ਕਰਦੇ ਹਾਂ। ਇਨ ਪਾਸਟ ਇਹਨਾਂ ਟੌਪਿਕਸ ਤੋਂ ਕਾਫੀ ਸਾਰੇ ਕੁਐਸਚਨ ਬਣ ਚੁੱਕੇ ਆ, ਸੀਟੈਟ ਦੇ ਵਿੱਚ ਵੀ ਤੇ ਪੀਐਸਟੈਟ ਦੇ ਵਿੱਚ ਵੀ। ਸਭ ਤੋਂ ਪਹਿਲਾਂ ਵੇਖੋ ਤੁਸੀਂ, ਸਭ ਤੋਂ ਪਹਿਲਾਂ ਆਪਾਂ ਸਮਝ ਲੈਂਦੇ ਹਾਂ ਲੈਂਗੁਏਜ ਐਕਵਾਜੀਸ਼ਨ ਵਰਸਸ ਲੈਂਗੁਏਜ ਲਰਨਿੰਗ। ਇੱਕ ਭਾਸ਼ਾ ਨੂੰ ਤੁਸੀਂ ਅਕਵਾਇਰ ਕਰਦੇ ਹੋ ਤੇ ਦੂਜੀ ਭਾਸ਼ਾ ਨੂੰ ਤੁਸੀਂ ਸਿੱਖਦੇ ਹੋ। ਜਿਵੇਂ ਕਿ ਪੰਜਾਬੀ ਜਿਹੜੀ ਭਾਸ਼ਾ ਹੈਗੀ ਆ, ਮੈਂ ਪਹਿਲਾਂ ਹੀ ਐਗਜ਼ਾਮਪਲਸ ਦੇ ਰਿਹਾ ਤਾਂ ਜੋ ਤੁਹਾਨੂੰ ਇਹਨਾਂ ਟੈਕਸਟ ਨੂੰ ਸਮਝਣ ਦੇ ਵਿੱਚ ਦਿੱਕਤ ਨਾ ਆਵੇ। ਸੋ ਲੈਂਗੁਏਜ ਐਕਵਾਜੀਸ਼ਨ ਦੇ ਵਿੱਚ ਆਪਾਂ ਸਮਝਦੇ ਹਾਂ ਕਿ ਆਪਾਂ ਅਕਵਾਇਰ ਕਰ ਰਹੇ ਹਾਂ ਕਿਸੇ ਭਾਸ਼ਾ ਨੂੰ, ਆਪਾਂ ਸਿੱਖ ਨਹੀਂ ਰਹੇ, ਆਪਾਂ ਅਕਵਾਇਰ ਕਰ ਰਹੇ ਹਾਂ। ਜਿਵੇਂ ਪੰਜਾਬੀ ਭਾਸ਼ਾ ਹੋ ਸਕਦੀ ਹੈ, ਹਿੰਦੀ ਭਾਸ਼ਾ ਹੋ ਸਕਦੀ ਹੈ। ਜੇਕਰ ਕੋਈ ਪਰਸਨ ਕਿਸੇ ਹੋਰ ਸਟੇਟ ਦਾ ਬੰਦਾ ਆ ਤਾਂ ਹੋ ਸਕਦਾ ਉਹਦੀ ਲੋਕਲ ਲੈਂਗੁਏਜ ਹੋਰ ਹੋਵੇ ਤਾਂ ਉਸਨੇ ਉਹ ਜਿਹੜੀ ਭਾਸ਼ਾ ਹੈਗੀ ਆ ਅਕਵਾਇਰ ਕੀਤੀ ਹੈ ਤੇ ਇੱਕ ਹੁੰਦੀ ਹੈ ਲੈਂਗੁਏਜ ਲਰਨਿੰਗ। ਇਹਨੂੰ ਤੁਸੀਂ ਸਿੱਖਦੇ ਹੈਗੇ ਹੋ। ਇਸ ਭਾਸ਼ਾ ਨੂੰ ਸਿੱਖਣ ਦੇ ਲਈ ਤੁਸੀਂ ਗ੍ਰਾਮਰ ਦੀ ਵਰਤੋਂ ਵੀ ਕਰਦੇ ਹੋ। ਸੋ ਸਭ ਤੋਂ ਪਹਿਲਾ ਜਿਹੜਾ ਪੁਆਇੰਟ ਹੈਗਾ ਜੀ ਲੈਂਗੁਏਜ ਐਕਵਾਜੀਸ਼ਨ, ਇਹ ਹੁੰਦਾ ਜੀ ਕੁਦਰਤੀ ਪ੍ਰਕਿਰਿਆ ਹੁੰਦੀ ਹੈ। ਇਹ ਨੈਚੁਰਲ ਪ੍ਰੋਸੈਸ ਇਹਨੂੰ ਤੁਸੀਂ ਕਹਿੰਦੇ ਹੋ ਐਂਡ ਇਹ ਕੁਦਰਤੀ ਤੌਰ ਤੇ ਤੁਸੀਂ ਕਿਸੇ ਭਾਸ਼ਾ ਨੂੰ ਸਿੱਖਦੇ ਹੋ, ਐਫਰਟ ਨਹੀਂ ਕਰਦੇ ਤੁਸੀਂ। ਛੋਟਾ ਜਿਹਾ ਬੱਚਾ ਜੇਕਰ ਪੰਜਾਬੀ ਬੋਲ ਪਾ ਰਿਹਾ, ਜੇਕਰ 6ਵੀਂ ਕਲਾਸ ਦਾ ਬੱਚਾ, ਪਹਿਲੀ ਜਮਾਤ ਦਾ ਬੱਚਾ, ਦੂਜੀ ਜਮਾਤ ਦਾ ਬੱਚਾ ਪੰਜਾਬੀ ਬੋਲ ਪਾ ਰਿਹਾ, ਕੀ ਉਹਨੇ ਐਕਚੁਅਲ ਦੇ ਵਿੱਚ ਪੰਜਾਬੀ ਸਿੱਖੀ ਹੈ? ਨਹੀਂ, ਉਹਨੇ ਐਕਵਾਇਰ ਕੀਤੀ ਹੈ। ਉਹਨੇ ਕੋਈ ਐਫਰਟ ਨਹੀਂ ਕੀਤਾ ਉਸ ਭਾਸ਼ਾ ਨੂੰ ਸਿੱਖਣ ਦੇ ਲਈ। ਛੋਟੇ ਹੁੰਦਿਆਂ ਉਹਨੇ ਆਪਦੇ ਮਾਪਿਓ ਨੂੰ ਪੰਜਾਬੀ ਬੋਲਦੇ ਸੁਣਿਆ, ਉਹਨੇ ਆਪਦੇ ਚਾਚਾ ਚਾਚੀ ਨੂੰ, ਤਾਇਆ ਤਾਈ ਨੂੰ ਪੰਜਾਬੀ ਬੋਲਦੇ ਸੁਣਿਆ। ਸੋ ਇਸ ਤਰੀਕੇ ਨਾਲ ਜਿਹੜਾ ਬੱਚਾ ਸੀਗਾ ਉਹਨੇ ਰੀਅਲ ਲਾਈਫ ਸਿਚੁਏਸ਼ਨ ਦੇ ਵਿੱਚ, ਅਸਲ ਜ਼ਿੰਦਗੀ ਤੋਂ ਬਿਨਾਂ ਕਿਸੇ ਫਾਰਮਲ ਟੀਚਿੰਗ ਤੋਂ ਉਹਨੇ ਪੰਜਾਬੀ ਭਾਸ਼ਾ ਸਿੱਖ ਲਈ। ਸੋ ਕਹਿ ਸਕਦੇ ਹੋ ਕਿ ਲੈਂਗੁਏਜ ਐਕਵਾਜੀਸ਼ਨ ਦੇ ਵਿੱਚ ਜਿਹੜਾ ਪਰਸਨ ਹੋਏਗਾ ਭਾਸ਼ਾ ਨੂੰ ਸਿੱਖਦਾ ਹੈ ਬਿਨਾਂ ਕਿਸੇ ਐਫਰਟ ਤੋਂ, ਨੈਚੁਰਲੀ। ਐਗਜ਼ਾਮਪਲ ਦਿੱਤੀ ਹੋਈ ਹੈ, ਜਿਵੇਂ ਇੱਕ ਛੋਟਾ ਜਿਹਾ ਬੱਚਾ ਆ, ਇਮੈਜਿਨ ਕਰੋ ਕਿ ਇੱਕ ਬੇਬੀ ਹੈਗਾ ਆ, ਲਰਨਿੰਗ ਟੂ ਸਪੀਕ ਬਾਈ ਲਿਸਨਿੰਗ ਟੂ ਦੇਅਰ ਪੇਰੈਂਟਸ। ਜਿਹੜਾ ਛੋਟਾ ਬੱਚਾ ਆ ਉਹ ਕੀ ਕਰ ਰਿਹਾ? ਬੋਲ ਰਿਹਾ। ਕਿਵੇਂ ਬੋਲ ਰਿਹਾ? ਆਪਣੇ ਘਰਦਿਆਂ ਨੂੰ ਪਹਿਲਾਂ ਸੁਣ ਰਿਹਾ, ਉਸ ਤੋਂ ਬਾਅਦ ਉਹ ਬੋਲਣਾ ਸਿੱਖ ਰਿਹਾ। ਕਿਉਂਕਿ ਜਦੋਂ ਉਹਦੇ ਪੇਰੈਂਟਸ ਨੇ ਕਿਹਾ ਬੋਲੋ ਬੇਟਾ ਮਾਮਾ, ਪਾਪਾ, ਪਾਣੀ, ਮਮ, ਇਸ ਤਰ੍ਹਾਂ ਦੇ ਜਿਹੜੇ ਵਰਡਸ ਬੱਚਾ ਬੋਲ ਰਿਹਾ ਤਾਂ ਉਹ ਕੀ ਕਰ ਰਿਹਾ? ਆਪਦੇ ਪਹਿਲਾਂ ਪੇਰੈਂਟਸ ਨੂੰ ਸੁਣ ਰਿਹਾ ਤੇ ਉਸ ਤੋਂ ਬਾਅਦ ਉਹਨਾਂ ਚੀਜ਼ਾਂ ਨੂੰ ਬੋਲ ਕੇ ਭਾਸ਼ਾ ਨੂੰ ਸਿੱਖ ਰਿਹਾ। ਐਂਡ ਇਸ ਭਾਸ਼ਾ ਦੇ ਲਈ ਗ੍ਰਾਮਰ ਦੀ ਜ਼ਰੂਰਤ ਨਹੀਂ ਪੈਂਦੀ, ਯਾਦ ਕਰ ਲਿਓ। ਪਹਿਲੀ ਭਾਸ਼ਾ ਹੈਗੀ ਆ, ਲੈਂਗੁਏਜ ਐਕਵਾਇਰ ਕਰਦੇ ਹੋ ਜਿਹੜੀ ਪਹਿਲੀ ਭਾਸ਼ਾ ਹੁੰਦੀ ਹੈ ਲੈਂਗੁਏਜ 1 ਹੁੰਦੀ ਹੈ। ਐਂਡ ਜਦੋਂ ਆਪਾਂ ਪਹਿਲੀ ਭਾਸ਼ਾ ਦੀ ਗੱਲ ਕਰਦੇ ਹਾਂ, ਲੈਂਗੁਏਜ ਐਕਵਾਜੀਸ਼ਨ ਦੀ ਗੱਲ ਕਰਦੇ ਹਾਂ, ਤੇ ਇਹਦੇ ਵਿੱਚ ਆਪਾਂ ਨੂੰ ਕਿਸੇ ਗ੍ਰਾਮਰ ਦੀ ਕਿਤਾਬ ਦੀ ਜ਼ਰੂਰਤ ਨਹੀਂ ਪੈਂਦੀ। ਜੇਕਰ ਪਹਿਲੀ ਜਮਾਤ ਦਾ ਬੱਚਾ ਪੰਜਾਬੀ ਬੋਲਦਾ ਆ ਤੇ ਉਹਨੂੰ ਗ੍ਰਾਮਰ ਦਾ ਤਾਂ ਕੋਈ ਗਿਆਨ ਨਹੀਂ ਹੈਗਾ, ਬਟ ਫਿਰ ਵੀ ਉਹ ਬੋਲ ਪਾ ਰਿਹਾ ਕਿਉਂਕਿ ਉਹਨੇ ਸਿੰਪਲੀ ਜੋ ਕੁਝ ਆਲੇ ਦੁਆਲੇ ਦੇਖ ਰਿਹਾ, ਆਲੇ ਦੁਆਲੇ ਉਹਨੇ ਜੋ ਕੁਝ ਸੁਣਿਆ ਉਹਨੂੰ ਹੀ ਉਹਨੇ ਪਿਕ ਕਰ ਲਿਆ ਤੇ ਉੱਥੋਂ ਹੀ ਉਹਨੇ ਪੰਜਾਬੀ ਭਾਸ਼ਾ ਸੀਗੀ ਜਿਹੜੀ ਜਾਂ ਫਿਰ ਕੋਈ ਵੀ ਭਾਸ਼ਾ ਸੀਗੀ ਉਹਨੂੰ ਬੋਲਣੀ ਸਿੱਖ ਗਿਆ। ਸੋ ਇਹ ਸੀਗੀ ਜੀ ਗੱਲ ਲੈਂਗੁਏਜ ਐਕਵਾਜੀਸ਼ਨ ਦੀ। ਲੈਂਗੁਏਜ ਲਰਨਿੰਗ ਦੇ ਵਿੱਚ ਆਪਾਂ ਸਿਸਟਮੈਟਿਕ ਅਤੇ ਕੌਨਸ਼ੀਅਸ ਪ੍ਰੋਸੈਸ ਦੀ ਗੱਲ ਕਰਦੇ ਹਾਂ ਕਿ ਕੋਈ ਪਰਸਨ ਭਾਸ਼ਾ ਨੂੰ ਸਿੱਖ ਪਾ ਰਿਹਾ ਸਿਸਟਮੈਟਿਕ ਤਰੀਕੇ ਦੇ ਨਾਲ ਐਂਡ ਉਹ ਪਰਸਨ ਨੂੰ ਪਤਾ ਹੈਗਾ ਕਿ ਮੈਂ ਜਿਹੜੀ ਭਾਸ਼ਾ ਆ ਜੀ ਉਹ ਸਿੱਖ ਰਿਹਾ। ਐਂਡ ਇਸ ਭਾਸ਼ਾ ਨੂੰ ਸਿੱਖਣ ਦੇ ਲਈ ਫਾਰਮਲ ਅਤੇ ਸਟਰਕਚਰਲ ਪ੍ਰੋਸੈਸ ਤੋਂ ਗੁਜ਼ਰਨਾ ਪੈਂਦਾ ਆ ਕਿਸੇ ਵੀ ਪਰਸਨ ਨੂੰ, ਜੇਕਰ ਉਹ ਭਾਸ਼ਾ ਦੂਜੀ ਭਾਸ਼ਾ ਦੀ ਗੱਲ ਕਰ ਰਹੇ ਹਾਂ, ਜੇਕਰ ਉਹ ਸਿੱਖਣੀ ਚਾਹੁੰਦਾ ਆ। ਐਂਡ ਇਸ ਦੇ ਵਿੱਚ ਉਹਨੂੰ ਪ੍ਰੈਕਟਿਸ ਵੀ ਕਰਨੀ ਪੈਂਦੀ ਹੈਗੀ ਆ ਜੇਕਰ ਕੋਈ ਪਰਸਨ ਸੈਕੰਡ ਲੈਂਗੁਏਜ ਨੂੰ ਸਿੱਖਣਾ ਚਾਹੁੰਦਾ ਆ। ਜਿਵੇਂ ਅੰਗਰੇਜ਼ੀ ਦਾ ਵਿਸ਼ਾ ਆ, ਜਿਵੇਂ ਆਪਾਂ ਆਪਦੇ ਬੱਚਿਆਂ ਨੂੰ ਸਕੂਲ ਦੀ ਮੈਂ ਗੱਲ ਕਰ ਰਿਹਾ, ਸਕੂਲ ਵਾਲੇ ਬੱਚਿਆਂ ਨੂੰ ਜੇਕਰ ਤੁਸੀਂ ਅੰਗਰੇਜ਼ੀ ਸਿਖਾਉਣੀ ਹੈ
ਤੇ ਤੁਸੀਂ ਕੀ ਕਰਦੇ ਹੋ, ਤੁਸੀਂ ਉਹਨਾਂ ਨੂੰ ਗ੍ਰਾਮਰ ਸਿਖਾਉਂਦੇ ਹੋ। ਐਂਡ ਬੱਚਿਆਂ ਨੂੰ ਵੀ ਪਤਾ ਹੁੰਦਾ ਆ, ਟੀਚਰ ਨੂੰ ਵੀ ਪਤਾ ਹੁੰਦਾ ਆ ਕਿ ਆਪਾਂ ਉਸ ਚੀਜ਼ ਨੂੰ ਸਿੱਖ ਰਹੇ ਹਾਂ। ਤੇ ਜੇਕਰ ਆਪਾਂ ਨੂੰ ਸਾਰਾ ਕੁਝ ਪਤਾ ਆ ਤੇ ਆਪਾਂ ਨੂੰ ਉੱਥੇ ਐਫਰਟ ਲਗਾਉਣ ਦੀ ਵੀ ਜ਼ਰੂਰਤ ਪੈਣੀ ਆ, ਅਟੈਂਸ਼ਨ ਦੇਣ ਦੀ ਵੀ ਜ਼ਰੂਰਤ ਪਊਗੀ। ਇਹਨਾਂ ਨੇ ਇੱਕ ਉਦਾਹਰਣ ਲਿੱਤੀ ਹੈ ਜਿਹਦੇ ਵਿੱਚ ਇਹਨਾਂ ਨੇ ਕਿਹਾ ਕਿ ਆਪਾਂ ਇਮੈਜਿਨ ਕਰੀਏ, ਸੋਚੀਏ ਕਿ ਹਾਊ ਯੂ ਲਰਨ ਇੰਗਲਿਸ਼ ਇਨ ਸਕੂਲ, ਕਿ ਮੈਂ ਆਪਣੇ ਸਕੂਲ ਵਿੱਚ ਅੰਗਰੇਜ਼ੀ ਕਿਵੇਂ ਸਿੱਖੀ ਸੀਗੀ, ਗ੍ਰਾਮਰ ਸਿੱਖਣ ਤੋਂ ਬਾਅਦ ਹੀ ਸਿੱਖੀ ਸੀਗੀ। ਸੋ ਯੂ ਸਟੱਡੀ ਗ੍ਰਾਮਰ ਰੂਲਸ, ਪਹਿਲਾਂ ਮੈਂ ਗ੍ਰਾਮਰ ਦੇ ਰੂਲਸ ਪੜ੍ਹੇ, ਐਕਸਰਸਾਈਜ਼ ਕੀਤੀਆਂ, ਪ੍ਰੈਕਟਿਸ ਕੀਤੀ, ਰਾਈਟਿੰਗ ਐਸੇਜ਼ ਦੀ ਜਿਹੜੀ ਹੁੰਦੀ ਹੈ ਮੈਂ ਉਹਦੀ ਪ੍ਰੈਕਟਿਸ ਕੀਤੀ, ਫਿਰ ਉਸ ਤੋਂ ਬਾਅਦ ਕਹਿ ਸਕਦੇ ਹਾਂ ਕਿ ਮੈਂ ਉਸ ਭਾਸ਼ਾ ਨੂੰ ਸਿੱਖਿਆ। ਇਸੇ ਤਰ੍ਹਾਂ ਇਹਨਾਂ ਨੇ ਇੱਕ ਹੋਰ ਉਦਾਹਰਣ ਦਿੱਤੀ ਹੈ, ਜਿਵੇਂ ਮੰਨ ਲਓ ਤੁਸੀਂ ਫ੍ਰੈਂਚ ਭਾਸ਼ਾ ਨੂੰ ਸਿੱਖਣਾ ਆ, ਤੇ ਇਹ ਵੀ ਕੀ ਇੱਕ ਨਵੀਂ ਭਾਸ਼ਾ ਹੈਗੀ ਆ, ਤੇ ਤੁਸੀਂ ਉਹਦੀ ਵੋਕੈਬਲਰੀ ਤੇ ਧਿਆਨ ਦਿਓਗੇ। ਜਿਹੜੀ ਵੋਕੈਬਲਰੀ, ਜਿਹੜੇ ਸ਼ਬਦ ਹੋਣਗੇ, ਉਸ ਤੋਂ ਬਾਅਦ ਤੁਸੀਂ ਗ੍ਰਾਮਰ ਦੀਆਂ ਐਕਸਰਸਾਈਜ਼ ਕਰੋਗੇ, ਉਸ ਤੋਂ ਬਾਅਦ ਤੁਸੀਂ ਸਪੀਕਿੰਗ ਦੀ ਪ੍ਰੈਕਟਿਸ ਕਰੋਗੇ, ਉਸ ਤੋਂ ਬਾਅਦ ਤੁਸੀਂ ਉਸ ਭਾਸ਼ਾ ਨੂੰ ਸਿੱਖੋਗੇ। ਸੋ ਜਿਹੜੀ ਲੈਂਗੁਏਜ ਲਰਨ ਕੀਤੀ ਜਾਂਦੀ ਆ ਦੂਜੇ ਨੰਬਰ ਤੇ, ਉਹ ਹੋ ਸਕਦੀ ਆ ਜੀ ਕੋਈ ਫੋਰਨ ਲੈਂਗੁਏਜ ਹੋ ਸਕਦੀ ਆ, ਤੁਹਾਡੀ ਮਾਤ ਭਾਸ਼ਾ ਨਹੀਂ ਹੋਊਗੀ ਲੈਂਗੁਏਜ ਲਰਨਿੰਗ ਦੇ ਵਿੱਚ, ਐਂਡ ਇਹਨੂੰ ਤੁਸੀਂ ਸੈਕੰਡ ਲੈਂਗੁਏਜ ਕਹਿੰਦੇ ਹੋ, ਜਿਵੇਂ ਅੰਗਰੇਜ਼ੀ ਹੋ ਗਈ, ਫ੍ਰੈਂਚ ਹੋ ਗਈ। ਹੁਣ ਜਿਹੜੀ ਲੈਂਗੁਏਜ ਡਿਵੈਲਪਮੈਂਟ ਦੀ ਜਿਹੜੀ ਥਿਊਰੀ ਹੈਗੀ ਹੈ, ਗੱਲ ਕਰਾਂਗੇ ਨੋਮ ਚੋਮਸਕੀ ਦੀ। ਇਹਨਾਂ ਦਾ ਨਾਮ ਕਾਫੀ ਪਪੂਲਰ ਹੈਗਾ ਆ, ਇਹਨਾਂ ਤੋਂ ਰਿਲੇਟਡ ਵੀ ਕਾਫੀ ਸਾਰੇ ਸਵਾਲ ਪੁੱਛ ਲਏ ਜਾਂਦੇ ਆ। ਇਹਨਾਂ ਨੇ ਇੱਕ LAD ਨਾਮ ਦੀ ਟਰਮ ਦਿੱਤੀ ਸੀਗੀ, ਯਾਦ ਕਰ ਲਓ, LAD, ਜਿਹਨੂੰ ਤੁਸੀਂ ਕਹਿੰਦੇ ਹੋ ਲੈਂਗੁਏਜ ਐਕਵਾਜੀਸ਼ਨ ਡਿਵਾਈਸ। ਨੋਮ ਚੋਮਸਕੀ ਦੀ ਥਿਊਰੀ ਦੇ ਵਿੱਚ ਲੈਂਗੁਏਜ ਐਕਵਾਜੀਸ਼ਨ ਡਿਵਾਈਸ ਦਿੱਤਾ ਗਿਆ ਸੀਗਾ। ਇਹਦਾ ਮਤਲਬ ਕੀ ਹੈ? ਚੋਮਸਕੀ ਪਤਾ ਕੀ ਮੰਨਦੇ ਸੀਗੇ? ਉਹ ਮੰਨਦੇ ਸੀਗੇ, ਉਹਨਾਂ ਦਾ ਵਿਸ਼ਵਾਸ ਸੀਗਾ ਕਿ ਜਿਹੜੇ ਮਨੁੱਖ ਨੇ, ਜਦੋਂ ਉਹਨਾਂ ਦਾ ਜਨਮ ਹੁੰਦਾ ਆ, ਜਦੋਂ ਛੋਟੇ ਬੱਚੇ ਨੇ ਜਨਮ ਲੈ ਲਿਆ, ਤੇ ਉਹਦੇ ਕੋਲ ਕੁਝ ਵਿਸ਼ੇਸ਼ ਯੋਗਤਾ ਹੁੰਦੀ ਹੈ, ਸਪੈਸ਼ਲ ਐਬਿਲਿਟੀ ਹੁੰਦੀ ਹੈ। ਕਿਹੜੀ ਵਿਸ਼ੇਸ਼ ਯੋਗਤਾ ਦੀ ਗੱਲ ਕੀਤੀ ਜਾ ਰਹੀ ਹੈ? ਕਿ ਭਾਸ਼ਾ ਸਿੱਖਣ ਦੇ ਲਈ ਇੱਕ ਛੋਟੇ ਬੱਚੇ ਕੋਲ ਇੱਕ ਵਿਸ਼ੇਸ਼ ਯੋਗਤਾ ਹੈਗੀ ਹੈ, ਤੇ ਇਸ ਯੋਗਤਾ ਨੂੰ ਹੀ ਆਪਾਂ ਲੈਂਗੁਏਜ ਐਕਵਾਜੀਸ਼ਨ ਡਿਵਾਈਸ ਸ਼ਾਰਟ ਫਾਰਮ ਦੇ ਵਿੱਚ LAD ਕਹਿੰਦੇ ਆ। ਉਹਨਾਂ ਦੇ ਅਕੋਰਡਿੰਗ, ਉਹਨਾਂ ਦੇ ਅਨੁਸਾਰ ਜਿਹੜੇ ਸਾਰੇ ਮਨੁੱਖ ਨੇ, ਅਸੀਂ ਸਾਰੇ ਭਾਸ਼ਾਵਾਂ ਆਟੋਮੈਟਿਕਲੀ ਸਿੱਖ ਜਾਂਦੇ ਹੈਗੇ ਆ ਜਦੋਂ ਆਪਾਂ ਛੋਟੇ ਬੱਚੇ ਹੁੰਨੇ ਆ ਜਾਂ ਫਿਰ ਅਰਲੀ ਚਾਈਲਡਹੁੱਡ ਪੀਰੀਅਡ ਵਿੱਚ ਹੁੰਨੇ ਆ। ਇਹਨਾਂ ਨੇ ਇੱਕ ਉਦਾਹਰਣ ਦਿੱਤੀ ਹੈ, ਇਮੈਜਿਨ ਯੂ ਹੈਵ ਅ ਲੈਂਗੁਏਜ ਸਵਿਚ ਇਨ ਯੂਰ ਬ੍ਰੇਨ ਦੈਟ ਗੈਟਸ ਟਰਨ ਔਨ ਵੈਨ ਯੂ ਆਰ ਅ ਬੇਬੀ। ਇਹ ਕਹਿ ਰਹੇ ਆ ਕਿ ਤੁਹਾਡੇ ਨਾ ਦਿਮਾਗ ਦੇ ਵਿੱਚ ਕੀ ਹੁੰਦਾ ਆ, ਇੱਕ ਲੈਂਗੁਏਜ ਸਵਿਚ ਹੁੰਦਾ ਆ। ਜਦੋਂ ਵੀ ਤੁਹਾਨੂੰ ਕੋਈ ਕੁਝ ਕਹਿੰਦਾ ਆ ਤੇ ਤੁਸੀਂ ਸਿਰਫ ਸੁਣ ਕੇ ਸਾਰੀਆਂ ਚੀਜ਼ਾਂ ਨੂੰ ਸਮਝ ਜਾਂਦੇ ਹੋ। ਮਤਲਬ ਬੱਚੇ ਨੂੰ ਕਿਵੇਂ ਪਤਾ ਲੱਗਦਾ ਆ ਕਿ ਇਹ ਮੇਰੀ ਮੰਮਾ ਆ, ਇਹ ਮੇਰੇ ਪਾਪਾ ਹੈਗੇ ਆ? ਉਹ ਸੁਣਦਾ ਆ ਤੇ ਆਟੋਮੈਟਿਕਲੀ ਕਾਫੀ ਸਾਰੀਆਂ ਚੀਜ਼ਾਂ ਨੂੰ ਸਿੱਖ ਜਾਂਦੇ ਆ ਜਿਹੜੇ ਬੱਚੇ ਹੁੰਦੇ ਆ। ਸੋ ਇਸ ਕਰਕੇ ਲਿਖਿਆ ਹੋਇਆ ਇਹਨਾਂ ਨੇ, ਦੈਟਸ ਵਾਈ ਜਿਹੜੇ ਬੱਚੇ ਹੁੰਦੇ ਆ ਉਹ ਭਾਸ਼ਾ ਨੂੰ ਬਹੁਤ ਤੇਜ਼ੀ ਨਾਲ ਸਿੱਖਦੇ ਹੈਗੇ ਆ। ਤੇ ਇਹਨਾਂ ਨੇ ਜਦੋਂ ਗੱਲ ਕੀਤੀ ਆ ਚੋਮਸਕੀ ਦੀ, LAD, ਚੋਮਸਕੀ ਦੱਸਦੇ ਹੈਗੇ ਆ ਕਿ ਜਿਹੜੇ ਬੱਚੇ ਹੁੰਦੇ ਨੇ ਉਹ ਸੈਂਟੈਂਸ ਨੂੰ ਹਮੇਸ਼ਾ ਬਣਾ ਲੈਂਦੇ ਆ ਜਿਹੜੇ ਕਦੇ ਉਹਨਾਂ ਨੇ ਸੁਣੇ ਵੀ ਨਹੀਂ ਹੁੰਦੇ। ਜਿਵੇਂ ਕਿ ਉਹਨਾਂ ਨੇ ਇੱਕ ਸੈਂਟੈਂਸ ਬਣਾਇਆ, ਜਿਵੇਂ ਬੱਚਾ ਸੀਗਾ, ਉਹਨੇ ਇੱਕ ਸੈਂਟੈਂਸ ਬਣਾਇਆ, ਆਈ ਗੋਡ ਟੂ ਦਾ ਪਾਰਕ। ਆਈ ਗੋਡ ਟੂ ਦਾ ਪਾਰਕ ਸੈਂਟੈਂਸ ਦੇ ਵਿੱਚ ਕਹਿ ਸਕਦੇ ਹਾਂ ਕਿ ਗੋਡ ਗਲਤ ਲਿਖਿਆ ਹੋਇਆ, ਬਟ ਫਿਰ ਵੀ ਬੱਚੇ ਨੇ ਜਿਹੜਾ ਸੈਂਟੈਂਸ ਕਦੇ ਸੁਣਿਆ ਨਹੀਂ ਵੀ ਹੁੰਦਾ, ਉਹ ਫਿਗਰ ਆਊਟ ਕਰਦੇ ਆ, ਉਹ ਲੱਭਦੇ ਹੈਗੇ ਆ ਕਿ ਗ੍ਰਾਮਰ ਨੂੰ ਜਾਂ ਫਿਰ ਭਾਸ਼ਾ ਨੂੰ ਬੋਲਣ ਦੇ ਜਿਹੜੇ ਰੂਲ ਹੈਗੇ ਆ ਉਹ ਕੀ ਹੈਗੇ ਆ। ਸੋ ਇਹ ਕਹਿਣਾ ਸੀਗਾ ਜੀ ਚੋਮਸਕੀ ਦੇ LAD ਦਾ। ਹੁਣ ਗੱਲ ਕਰ ਲੈਂਦੇ ਆ ਸਟੀਫਨ ਦੇ ਕ੍ਰੈਸ਼ਨ ਥਿਊਰੀ ਦੀ। ਸੈਕੰਡ ਲੈਂਗੁਏਜ ਐਕਵਾਜੀਸ਼ਨ ਦੀ ਇਹਨਾਂ ਨੇ ਗੱਲ ਕੀਤੀ ਹੈ। ਸਟੀਫਨ ਕ੍ਰੈਸ਼ਨ ਨੇ 5 ਇੰਪੋਰਟੈਂਟ ਆਈਡੀਆਜ਼ ਦੀ ਗੱਲ ਕੀਤੀ ਹੈ ਕਿ ਇੱਕ ਜਿਹੜਾ ਬੱਚਾ ਆ ਦੂਸਰੀ ਭਾਸ਼ਾ ਨੂੰ ਕਿਵੇਂ ਐਕਵਾਇਰ ਕਰਦਾ ਆ। 5 ਪੁਆਇੰਟਸ ਨੂੰ ਤੁਸੀਂ ਇੱਕ ਵਾਰ ਵੇਖ ਲਓ। ਐਕਵਾਜੀਸ਼ਨ, ਲਰਨਿੰਗ, ਹਾਈਪੋਥੇਸਿਸ, ਮੋਨੀਟਰ ਹਾਈਪੋਥੇਸਿਸ, ਥਰਡ ਨੰਬਰ ਤੇ ਹੈ ਨੈਚੁਰਲ ਆਰਡਰ ਹਾਈਪੋਥੇਸਿਸ, ਚੌਥੇ ਨੰਬਰ ਤੇ ਹੈ ਇਨਪੁਟ ਹਾਈਪੋਥੇਸਿਸ, ਪੰਜਵੇਂ ਤੇ ਹੈ ਅਫੈਕਟਿਵ ਫਿਲਟਰ ਹਾਈਪੋਥੇਸਿਸ। ਆਪਾਂ ਹੁਣ ਸਮਝ ਲੈਂਦੇ ਆ ਸਾਰੀਆਂ ਚੀਜ਼ਾਂ ਨੂੰ। ਐਕਵਾਜੀਸ਼ਨ, ਲਰਨਿੰਗ, ਹਾਈਪੋਥੇਸਿਸ ਦੀ ਕਿ ਆਪਾਂ ਭਾਸ਼ਾ ਨੂੰ ਕਰਦੇ ਕੀ ਹੈਗੇ ਆ, ਅਕਵਾਇਰ ਕਰਦੇ ਆ। ਕਿਵੇਂ ਕਰਦੇ ਆ? ਨੈਚੁਰਲੀ, ਲਾਈਕ ਚੋਮਸਕੀ ਆਈਡੀਆ। ਇਹ ਵੀ ਚੋਮਸਕੀ ਦੇ ਆਈਡੀਆ ਨਾਲ ਸਹਿਮਤੀ ਰੱਖਦੇ ਸੀਗੇ ਕਿ ਆਪਾਂ ਭਾਸ਼ਾ ਨੂੰ ਕੁਦਰਤੀ ਤੌਰ ਤੇ ਅਕਵਾਇਰ ਕਰਦੇ ਆ ਤੇ ਲਰਨ ਵੀ ਕਰਦੇ ਹੈਗੇ ਆ ਥਰੂ ਕੌਨਸ਼ੀਅਸ ਸਟੱਡੀ। ਨਾਲੇ ਇਹਨਾਂ ਨੇ ਲੈਂਗੁਏਜ ਦੀ ਗੱਲ ਕੀਤੀ ਹੈ, ਸੈਕੰਡ ਲੈਂਗੁਏਜ ਦੀ ਇਹਨਾਂ ਨੇ ਗੱਲ ਕੀਤੀ ਹੈ। ਮੋਨੀਟਰ ਹਾਈਪੋਥੇਸਿਸ ਦੇ ਵਿੱਚ ਜਦੋਂ ਆਪਾਂ ਬੋਲਦੇ ਆ ਕਿਸੇ ਭਾਸ਼ਾ ਨੂੰ, ਵੀ ਯੂਜ਼ ਦਾ ਲੈਂਗੁਏਜ ਵੀ ਅਕਵਾਇਰਡ ਨੈਚੁਰਲੀ। ਆਪਾਂ ਉਸ ਭਾਸ਼ਾ ਦੀ ਵਰਤੋਂ ਕਰਦੇ ਆ ਜਿਹੜੀ ਭਾਸ਼ਾ ਨੂੰ ਆਪਾਂ ਕੁਦਰਤੀ ਤੌਰ ਤੇ ਸਿੱਖਿਆ ਹੁੰਦਾ ਆ।
ਪਰ ਅਸੀਂ ਖੁਦ ਨੂੰ ਮੋਨੀਟਰ ਵੀ ਕਰਦੇ ਹੈਗੇ ਆ। ਜੋ ਅਸੀਂ ਗਲਤੀਆਂ ਕਰ ਰਹੇ ਆ ਉਹਨਾਂ ਗਲਤੀਆਂ ਨੂੰ ਸਹੀ ਕਰਨ ਦੇ ਲਈ ਉਹਨਾਂ ਗ੍ਰਾਮਰ ਦੀ ਵਰਤੋਂ ਵੀ ਕਰਦੇ ਹੈਗੇ ਆ ਜਿਨ੍ਹਾਂ ਗ੍ਰਾਮਰ ਨੂੰ ਆਪਾਂ ਲਰਨ ਕੀਤਾ ਹੁੰਦਾ ਆ। ਥਰਡ ਪੁਆਇੰਟ ਤੇ ਇਹਨਾਂ ਨੇ ਨੈਚੁਰਲ ਆਰਡਰ ਹਾਈਪੋਥੀਸਿਸ ਦੀ ਗੱਲ ਕੀਤੀ ਹੈ। ਵੀ ਲਰਨ ਗ੍ਰਾਮਰ ਰੂਲਸ ਇਨ ਅ ਪ੍ਰੈਡਿਕਟੇਬਲ ਆਰਡਰ, ਕਿ ਅਸੀਂ ਭਾਸ਼ਾ ਨੂੰ ਸਿੱਖਣ ਦੇ ਲਈ ਗ੍ਰਾਮਰ ਰੂਲਸ ਨੂੰ ਯਾਦ ਕਰਦੇ ਹੈਗੇ ਆ ਪ੍ਰੈਡਿਕਟੇਬਲ ਆਰਡਰ ਦੇ ਵਿੱਚ। ਜਿਵੇਂ ਇਹਨਾਂ ਨੇ ਐਗਜ਼ਾਮਪਲ ਦਿੱਤੀ ਹੈ, ਜਿਹੜੇ ਛੋਟੇ ਬੱਚੇ ਹੁੰਦੇ ਆ ਉਹ ING ਦੀ ਵਰਤੋਂ ਕਰਨਾ ਸਟਾਰਟ ਕਰ ਦਿੰਦੇ ਆ, ਜਿਵੇਂ ਕਿ ਪਲੇਇੰਗ। ਪਾਸਟ ਟੈਂਸ ਦੀ ਵਰਤੋਂ ਤੋਂ ਪਹਿਲਾਂ ਜਾਂ ਫਿਰ ਇਹਨੂੰ ਸਿੱਖਣ ਤੋਂ ਪਹਿਲਾਂ ਹੀ ਜਿਹੜੇ ਬੱਚੇ ਹੁੰਦੇ ਨੇ ING ਦੀ ਵਰਤੋਂ ਕਰਨਾ ਸਟਾਰਟ ਕਰ ਦਿੰਦੇ ਆ। ਇਨਪੁਟ ਹਾਈਪੋਥੀਸਿਸ ਦੇ ਵਿੱਚ ਵੀ ਐਕਵਾਇਰ ਲੈਂਗੁਏਜ ਬੈਸਟ, ਅਸੀਂ ਭਾਸ਼ਾ ਨੂੰ ਬਹੁਤ ਵਧੀਆ ਤਰੀਕੇ ਨਾਲ ਸਿੱਖਦੇ ਹੈਗੇ ਆ ਜਦੋਂ ਵੀ ਅੰਡਰਸਟੈਂਡ ਮਟੀਰੀਅਲ, ਆਪਾਂ ਉਸ ਮਟੀਰੀਅਲ ਨੂੰ ਸਮਝਦੇ ਹੈਗੇ ਆ ਜਦੋਂ ਆਪਣੇ ਕਰੰਟ ਲੈਵਲ ਤੋਂ, ਆਪਣੇ ਲੈਵਲ ਤੋਂ ਥੋੜਾ ਜਿਹਾ ਉੱਤੇ ਹੋਵੇ। ਜੇ ਆਪਣੇ ਲੈਵਲ ਤੋਂ ਜ਼ਿਆਦਾ ਉੱਤੇ ਹੋਊਗਾ ਤਾਂ ਫਿਰ ਕੁਝ ਸਾਨੂੰ ਸਮਝ ਨਹੀਂ ਆਉਣੀ, ਬਟ ਜੇਕਰ ਆਪਣੇ ਲੈਵਲ ਤੋਂ ਥੋੜਾ ਜਿਹਾ ਉੱਤੇ ਹੈਗਾ ਆ ਕੋਈ ਵੀ ਚੀਜ਼ ਹੈਗੀ ਆ ਤੇ ਆਪਾਂ ਕੀ ਕਰਦੇ ਆ, ਜ਼ਿਆਦਾ ਵਧੀਆ ਤਰੀਕੇ ਨਾਲ ਉਸ ਭਾਸ਼ਾ ਨੂੰ ਐਕਵਾਇਰ ਕਰਦੇ ਹੈਗੇ ਆ। ਜਿਵੇਂ ਇਹਨਾਂ ਨੇ I+1 ਦੀ ਇਹਨਾਂ ਨੇ ਉਦਾਹਰਨ ਦਿੱਤੀ ਹੈ। I ਕੌਣ ਹੈ ਜੀ? I ਹੈਗੇ ਆ ਅਸੀਂ ਜੋ ਜਾਣਦੇ ਆ, +1 ਕੀ ਹੈ ਜੀ? ਨਵਾਂ ਜਿਹੜਾ ਸਟੱਫ ਹੈਗਾ ਆ। ਸੋ ਇਸ ਤਰੀਕੇ ਦੇ ਨਾਲ ਆਪਾਂ ਭਾਸ਼ਾ ਨੂੰ ਵਧੀਆ ਤਰੀਕੇ ਨਾਲ ਸਿੱਖਦੇ ਆ। ਲਾਸਟ ਪੁਆਇੰਟ ਹੈਗਾ ਜੀ ਅਫੈਕਟਿਵ ਫਿਲਟਰ ਹਾਈਪੋਥੀਸਿਸ। ਇਹਦੇ ਵਿੱਚ ਇਹਨਾਂ ਨੇ ਗੱਲ ਦੱਸੀ ਹੈ ਕਿ ਜਦੋਂ ਆਪਾਂ ਰਿਲੈਕਸ ਫੀਲ ਕਰ ਰਹੇ ਹੋਈਏ ਜਾਂ ਫਿਰ ਆਪਾਂ ਆਤਮ ਵਿਸ਼ਵਾਸ ਨਾਲ ਭਰੇ ਹੋਈਏ ਤਾਂ ਆਪਾਂ ਕਿਸੇ ਵੀ ਭਾਸ਼ਾ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਿੱਖਦੇ ਹੈਗੇ ਆ। ਬਟ ਜੇਕਰ ਆਪਣੇ ਮਨ ਵਿੱਚ ਡਰ ਹੈਗਾ ਆ, ਆਪਾਂ ਬਹੁਤ ਜ਼ਿਆਦਾ ਚਿੰਤਾ ਵਿੱਚ ਹੈਗੇ ਆ ਤੇ ਆਪਾਂ ਉਸ ਭਾਸ਼ਾ ਨੂੰ ਪ੍ਰੋਪਰ ਵਧੀਆ ਤਰੀਕੇ ਨਾਲ ਨਹੀਂ ਸਿੱਖ ਸਕਦੇ। ਇਨਪੁਟ ਹਾਈਪੋਥੀਸਿਸ ਦੀ ਇੱਕ ਐਗਜ਼ਾਮਪਲ ਦਿੱਤੀ ਹੋਈ ਹੈ ਜਿਹਦੇ ਬਾਰੇ ਸਮਝ ਲਓ। ਕਹਿੰਦੇ ਕਿ ਇੱਕ ਭਾਸ਼ਾ ਤੁਸੀਂ ਸਿੱਖ ਰਹੇ ਹੋ, ਤੁਹਾਡੇ ਟੀਚਰ ਤੁਹਾਨੂੰ ਅੰਗਰੇਜ਼ੀ ਭਾਸ਼ਾ ਸਿਖਾ ਰਹੇ ਆ ਤੇ 90% ਤੁਹਾਨੂੰ ਸਮਝ ਲੱਗ ਗਈ। ਟੀਚਰ ਨੇ ਕਿਹਾ ਕਿ 10% ਨਵੀਂ ਚੀਜ਼ ਆ ਗਈ ਹੈ ਤੇ ਇਸ ਸਿਚੁਏਸ਼ਨ ਦੇ ਵਿੱਚ ਤੁਸੀਂ ਬੋਰ ਨਾ ਹੋਵੋਗੇ ਐਂਡ ਤੁਸੀਂ ਉਸ ਭਾਸ਼ਾ ਨੂੰ ਸਿੱਖ ਜਾਓਗੇ। ਸੋ ਇਹ ਗੱਲ ਸੀਗੀ ਜੀ ਸਟੀਫਨ ਕ੍ਰੈਸ਼ਨ ਦੀ ਥਿਊਰੀ ਸੈਕੰਡ ਲੈਂਗੁਏਜ ਐਕੁਆਜੀਸ਼ਨ ਦੀ। ਸੋ ਇਹਨੂੰ ਤੁਸੀਂ 2-3 ਵਾਰ ਵੇਖ ਲਓਗੇ, ਸਮਝ ਜਾਓਗੇ। ਹੁਣ ਆਪਾਂ ਗੱਲ ਕਰਾਂਗੇ ਪਿਆਜੇ ਅਤੇ ਵਾਈਗੋਟਸਕੀ ਦੀ ਥਿਊਰੀ ਔਨ ਲੈਂਗੁਏਜ ਡਿਵੈਲਪਮੈਂਟ ਤੇ। ਪਿਆਜੇ ਕੀ ਕਹਿੰਦੇ ਨੇ ਜੀ? ਪਿਆਜੇ ਕਹਿੰਦੇ ਨੇ, ਪਿਆਜੇ ਦਾ ਵਿਸ਼ਵਾਸ ਹੈਗਾ ਆ ਕਿ ਬੱਚੇ ਜਿਹੜੇ ਹੁੰਦੇ ਨੇ ਆਪਣੇ ਆਲੇ ਦੁਆਲੇ ਜੇਕਰ ਇੰਟਰੈਕਟ ਕਰਨਗੇ ਫਿਰ ਹੀ ਆਪਦੀ ਭਾਸ਼ਾ ਨੂੰ ਡਿਵੈਲਪ ਕਰ ਸਕਦੇ ਹੈਗੇ ਆ, ਭਾਸ਼ਾ ਦਾ ਵਿਕਾਸ ਕਰ ਸਕਦੇ ਆ। ਕੋਗਨਿਟਿਵਿਸਟ ਹੈਗੇ ਸੀ ਪਿਆਜੇ, ਬੋਧਾਤਮਕ ਵਿਕਾਸ ਦੀ ਗੱਲ ਕਰਦੇ ਸੀਗੇ। ਸੋ ਇੱਥੇ ਵੀ ਇਹਨਾਂ ਨੇ ਇਹੀ ਗੱਲ ਕਹੀ ਹੈ। ਇਹਨਾਂ ਦੇ ਅਕੋਰਡਿੰਗ ਜਿਹੜੀ ਭਾਸ਼ਾ ਦਾ ਵਿਕਾਸ ਹੈਗਾ ਆ ਉਹ ਨਿਰਭਰ ਕਰਦਾ ਆ, ਡਿਪੈਂਡ ਕਰਦਾ ਆ ਬੱਚੇ ਦੀਆਂ ਥਿੰਕਿੰਗ ਐਬਿਲਿਟੀਜ਼ ਦੇ ਉੱਤੇ। ਬੱਚੇ ਦੀ ਸੋਚ ਕੀ ਹੈਗੀ ਆ, ਉਹਦੀਆਂ ਸੋਚਣ ਦੀ ਕੀ ਯੋਗਤਾਵਾਂ ਹੈਗੀਆਂ ਨੇ ਜਿਹਨੂੰ ਤੁਸੀਂ ਕੋਗਨਿਟਿਵ ਡਿਵੈਲਪਮੈਂਟ ਕਹਿੰਦੇ ਹੋ। ਸਾਰਾ ਕੁਝ ਇਸ ਚੀਜ਼ ਤੇ ਹੀ ਡਿਪੈਂਡ ਕਰਦਾ ਆ। ਬੱਚੇ ਜਿੰਨਾ ਜ਼ਿਆਦਾ ਇਸ ਵਰਲਡ ਨੂੰ ਅੰਡਰਸਟੈਂਡ ਕਰਨਗੇ, ਸਮਝਣਗੇ, ਉਨੇ ਵਧੀਆ ਤਰੀਕੇ ਦੇ ਨਾਲ ਉਹ ਭਾਸ਼ਾ ਨੂੰ ਲਰਨ ਕਰ ਸਕਦੇ ਆ। ਇਹ ਕਹਿਣਾ ਸੀਗਾ ਪਿਆਜੇ ਦੀ ਥਿਊਰੀ ਦੀ ਕੋਗਨਿਟਿਵ ਡਿਵੈਲਪਮੈਂਟ ਦੇ ਵਿੱਚ ਜਦੋਂ ਭਾਸ਼ਾ ਦੇ ਵਿਕਾਸ ਦੀ ਗੱਲ ਕਰਦੇ ਆ। ਇੱਕ ਉਦਾਹਰਨ ਹੈਗੀ ਆ, ਇੱਕ ਜਿਹੜਾ ਬੱਚਾ ਹੋਊਗਾ ਪਹਿਲਾਂ ਇੱਕ ਵਰਡ ਸਿੱਖਦਾ ਆ ਬਾਲ। ਜਦੋਂ ਬਾਲ ਵਰਡ ਦਾ ਪਤਾ ਲੱਗ ਗਿਆ ਫਿਰ ਬੱਚਾ ਸਮਾਜ ਵਿੱਚ ਜਾਂਦਾ ਆ ਐਂਡ ਉਸ ਬਾਲ ਦੀ ਵਰਤੋਂ ਕਰੇਗਾ, ਆਪਣੇ ਆਲੇ ਦੁਆਲੇ ਦੇਖੇਗਾ ਐਂਡ ਉਹਨੂੰ ਪਤਾ ਲੱਗੂਗਾ ਕਿ ਯਾਰ ਇਹ ਜਿਹੜੀ ਬਾਲ ਹੈ ਨਾ, ਇਹਨੂੰ ਮੈਂ ਬਾਉਂਸ ਵੀ ਕਰ ਸਕਦਾ ਆ, ਟੱਪੇ ਪਵਾ ਸਕਦਾ ਆ, ਇਹਨੂੰ ਰੋੜ ਵੀ ਸਕਦਾ ਆ, ਇਹਨੂੰ ਮੈਂ ਕਿੱਕ ਵੀ ਮਾਰ ਸਕਦਾ ਆ। ਅਤੇ ਇਸ ਵਰਡ ਜਿਹੜਾ ਬਾਲ ਵਰਡ ਆ ਨਾ, ਇਹਦੇ ਤੋਂ ਇਹ ਨਵੇਂ ਵਰਡਸ ਅਤੇ ਫਰੇਜ਼ਸ ਵੀ ਬਣਾਉਣ ਦੀ ਕੋਸ਼ਿਸ਼ ਕਰੇਗਾ, ਜਿਵੇਂ ਬਾਉਂਸ ਦ ਬਾਲ, ਕਿੱਕ ਦ ਬਾਲ। ਸੋ ਇਹੋ ਜਿਹੇ ਜਿਹੜੇ ਸ਼ਬਦ ਨੇ ਜੀ ਉਹ ਬੱਚਾ ਆਪਣੇ ਸਰਾਊਂਡਿੰਗ ਤੋਂ ਵੀ ਸਿੱਖ ਜਾਏਗਾ। ਕੁੱਲ ਮਿਲਾ ਕੇ ਗੱਲ ਇਹ ਬਣਦੀ ਹੈ ਕਿ ਇਹਦੇ ਵਿੱਚ ਜਿਹੜੇ ਪਿਆਜੇ ਨੇ, ਪਿਆਜੇ ਕੀ ਸੋਚਦੇ ਹੈਗੇ ਆ ਕਿ ਭਾਸ਼ਾ ਦਾ ਵਿਕਾਸ ਬੱਚੇ ਦੇ ਵਿੱਚ ਹੁੰਦਾ ਆ ਜਿਵੇਂ ਜਿਵੇਂ ਬੱਚੇ ਦੇ ਦਿਮਾਗ ਦਾ ਵਿਕਾਸ ਹੁੰਦਾ ਆ। ਇਹਦਾ ਮਤਲਬ ਇਹ ਹੋਇਆ ਕਿ ਬੱਚੇ ਦੀ ਜਿਹੜੀ ਥਿੰਕਿੰਗ ਹੈਗੀ ਆ ਅਤੇ ਲਰਨਿੰਗ ਹੈਗੀ ਆ ਉਹ ਨਾਲ ਚੱਲਦੀ ਰਹਿੰਦੀ ਆ। ਹੁਣ ਆਪਾਂ ਗੱਲ ਕਰਾਂਗੇ ਵਾਈਗੋਟਸਕੀ ਕੀ ਕਹਿੰਦੇ ਹੈਗੇ ਆ ਭਾਸ਼ਾ ਨੂੰ ਲੈ ਕੇ। ਵਾਈਗੋਟਸਕੀ ਦੀ ਸੋਸ਼ਲ ਇੰਟਰੈਕਸ਼ਨ ਜਿਹੜੀ ਥਿਊਰੀ ਹੈਗੀ ਆ, ਇਸ ਅਕੋਰਡਿੰਗ ਵਾਈਗੋਟਸਕੀ ਕਹਿੰਦੇ ਨੇ ਕਿ ਜਿਹੜੀ ਸੋਸ਼ਲ ਇੰਟਰੈਕਸ਼ਨ ਹੈਗੀ ਆ ਸਮਾਜ ਦੇ ਵਿੱਚ ਜਦੋਂ ਬੱਚਾ ਵਿਚਰਦਾ ਹੈਗਾ ਆ, ਇਹ ਬਹੁਤ ਵੱਡਾ ਰੋਲ ਪਲੇ ਕਰਦਾ ਆ ਬੱਚੇ ਦੀ ਭਾਸ਼ਾ ਦੇ ਵਿਕਾਸ ਦੇ ਵਿੱਚ। ਵਾਈਗੋਟਸਕੀ ਕਹਿੰਦੇ ਨੇ ਕਿ ਜਦੋਂ ਬੱਚੇ ਦੇ ਆਲੇ ਦੁਆਲੇ ਲੋਕ ਹੋਣਗੇ, ਉਹਨਾਂ ਨਾਲ ਗੱਲਬਾਤ ਹੋਊਗੀ ਤਾਂ ਬੱਚੇ ਦੀ ਭਾਸ਼ਾ ਦਾ ਵਿਕਾਸ ਵਧੀਆ ਤਰੀਕੇ ਨਾਲ ਹੋਊਗਾ। ਐਂਡ ਇਹਨਾਂ ਨੇ ਸਕੈਫੋਲਡਿੰਗ, ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ, ਨੌਲੇਜੇਬਲ
ਪਰਸਨ ਦੀ ਇਹਨਾਂ ਨੇ ਗੱਲ ਕੀਤੀ ਸੀਗੀ। ਸੋ 2-3 ਟਰਮਸ ਇਹਨਾਂ ਦੁਆਰਾ ਦਿੱਤੀਆਂ ਗਈਆਂ ਸੀਗੀਆਂ। ਸੋ ਇਹ ਦੱਸ ਰਹੇ ਆ ਕਿ ਜਦੋਂ ਤੁਹਾਡੇ ਨਾਲ ਕੋਈ ਹੋਊਗਾ ਇਹੋ ਜਿਹਾ ਪਰਸਨ ਜਿਹੜਾ ਕਿ ਤੁਹਾਡੇ ਨਾਲੋਂ ਵੱਧ ਜਾਣਦਾ ਆ, ਤਾਂ ਬੱਚਾ ਬਹੁਤ ਚੀਜ਼ਾਂ ਸਿੱਖ ਸਕਦਾ ਆ। ਬੱਚਾ ਦੂਜੇ ਦੀ ਮਦਦ ਨਾਲ ਬਹੁਤ ਕੁਝ ਕਰ ਸਕਦਾ ਹੈ, ਸਿੱਖ ਸਕਦਾ ਹੈ। ਇੱਕ ਵਾਰ ਮੈਂ ਤੁਹਾਨੂੰ ਦੱਸ ਦਿੰਨਾ ਆ, ਜਿਵੇਂ ਕੋਈ ਬੱਚਾ ਹੈਗਾ ਆ ਜੋ ਕਿ ਭਾਸ਼ਾ ਸਿੱਖਣੀ ਚਾਹੁੰਦਾ ਆ। ਇੱਕ ਮੈਂ ਬੱਚੇ ਦੀ ਫੋਟੋ ਬਣਾਉਣ ਦਿੰਦਾ, ਫੋਟੋ ਮੈਂ ਬੱਚੇ ਦੀ ਬਣਾਤੀ ਆ। ਹੁਣ ਇਹ ਬੱਚਾ ਭਾਸ਼ਾ ਸਿੱਖਣੀ ਚਾਹੁੰਦਾ ਆ ਤੇ ਇਹਦੇ ਪੇਰੈਂਟਸ ਇਹਦੇ ਕੋਲ ਆਏ, ਮੋਰ ਨੌਲੇਜੇਬਲ ਜਿਹੜੇ ਪਰਸਨ ਸੀਗੇ ਉਹ ਇਹਦੇ ਕੋਲ ਆਏ, ਕਹਿੰਦੇ ਚੱਲ ਬੇਟਾ ਅਸੀਂ ਤੈਨੂੰ ਭਾਸ਼ਾ ਸਿਖਾ ਦਿੰਦੇ ਹਾਂ। ਪਹਿਲਾਂ ਜਿਹੜਾ ਬੱਚਾ ਸੀਗਾ ਭਾਸ਼ਾ ਉਨੀ ਜ਼ਿਆਦਾ ਨਹੀਂ ਬੋਲਦਾ ਸੀਗਾ, ਬਟ ਕੁਝ ਹੈਲਪ ਦੇ ਨਾਲ ਜਿਹੜਾ ਬੱਚਾ ਸੀਗਾ ਜੀ ਭਾਸ਼ਾ ਵਧੀਆ ਤਰੀਕੇ ਨਾਲ ਬੋਲਣ ਲੱਗ ਗਿਆ। ਸੋ ਜਿਹੜੀ ਮਦਦ ਉਸ ਪਰਸਨ ਦੁਆਰਾ ਦਿੱਤੀ ਗਈ ਉਹਨੂੰ ਤੁਸੀਂ ਕਹਿੰਦੇ ਹੋ ਜੀ ਸਕੈਫੋਲਡਿੰਗ। ਜਿਹੜਾ ਬੱਚਾ ਪਹਿਲਾਂ ਜੋ ਕੈਪੇਬਿਲਿਟੀ ਰੱਖਦਾ ਸੀਗਾ ਤੇ ਬਾਅਦ ਦੇ ਵਿੱਚ ਜੋ ਉਹਨੇ ਕਰ ਦਿੱਤਾ ਆ, ਉਹਦੇ ਵਿੱਚ ਜਿਹੜਾ ਡਿਫਰੈਂਸ ਹੁੰਦਾ ਆ ਉਹਨੂੰ ਤੁਸੀਂ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਕਹਿੰਦੇ ਹੋ। ਵੈਸੇ ਮੈਂ ਐਗਜ਼ਾਮਪਲ ਤਾਂ ਚਲੋ ਗਲਤ ਦੇਤੀ, ਬਟ ਇਹ ਭਾਸ਼ਾ ਦਾ ਟੌਪਿਕ ਸੀਗਾ, ਇਸ ਕਰਕੇ ਮੈਨੂੰ ਇਹ ਚੀਜ਼ ਇੱਥੇ ਸਮਝਾਉਣੀ ਪਈ। ਬਟ ਚਲੋ ਮੈਂ ਇੱਕ ਹੋਰ ਐਗਜ਼ਾਮਪਲ ਦੇ ਕੇ ਆ ਜਿਹੜੀਆਂ ਦੋਨੋਂ ਟਰਮਸ ਹੁਣ ਆ ਹੀ ਗਈਆਂ ਨੇ ਤੇ ਮੈਂ ਸਮਝਾ ਹੀ ਦਿੰਨਾ ਆ। ਜਿਵੇਂ ਮੰਨ ਲਓ ਕਿ ਮੈਨੂੰ ਬਾਈਕ ਚਲਾਉਣੀ ਨਹੀਂ ਆਉਂਦੀ, ਠੀਕ ਹੈ ਜੀ, ਚਲੋ ਆਪਾਂ ਮੰਨ ਲੈਂਦੇ ਹਾਂ ਇੱਕ ਛੋਟਾ ਬੱਚਾ ਆ ਉਹ ਬਾਈਕ ਚਲਾਉਣੀ ਸਿੱਖਣਾ ਚਾਹੁੰਦਾ ਆ। ਅੱਜ ਕੱਲ੍ਹ ਛੋਟੇ ਛੋਟੇ ਬੱਚੇ ਵੀ ਬਾਈਕ ਚਲਾਉਂਦੇ ਆ ਨਾ। ਸੋ ਆਹ ਵੇਖੋ ਇੱਕ ਬੱਚਾ ਆ, ਇਹ ਬਾਈਕ ਚਲਾਉਣੀ ਸਿੱਖਣਾ ਚਾਹੁੰਦਾ ਆ ਤੇ ਮੋਰ ਨੌਲੇਜੇਬਲ ਅਦਰ ਕੌਣ ਹੈਗਾ ਜੀ, ਇਹਦੇ ਪੇਰੈਂਟਸ ਹੈਗੇ ਆ। ਤੇ ਉਹ ਕਹਿੰਦੇ ਚੱਲ ਬੇਟਾ ਕੋਈ ਗੱਲ ਨਹੀਂ, ਮੈਂ ਤੈਨੂੰ ਬਾਈਕ ਚਲਾਉਣੀ ਸਿਖਾਊਂਗਾ। ਇਹ ਬੱਚਾ ਕਹਿੰਦਾ ਠੀਕ ਹੈ ਜੀ। ਪਹਿਲਾਂ ਇਹਨੂੰ ਸਾਈਕਲ ਚਲਾਉਣਾ ਆਉਂਦਾ ਸੀਗਾ, ਸੋ ਇਹਨੂੰ ਥੋੜਾ ਬਹੁਤ ਆਈਡੀਆ ਸੀ ਵੀ ਮੈਂ ਬਾਈਕ ਚਲਾਉਣੀ ਕਿਵੇਂ ਆ। ਸੋ ਇਹਨੇ ਬਾਈਕ ਤੇ ਹੈਂਡਲ ਰੱਖਿਆ, ਹੱਥ ਰੱਖਿਆ ਤੇ ਇਹਦੇ ਘਰਦਿਆਂ ਨੇ ਇਹਦੀ ਹੈਲਪ ਕੀਤੀ। ਸੋ ਮਤਲਬ ਇਹ ਕਿ ਪਹਿਲਾਂ ਇਹਨੂੰ ਬਾਈਕ ਚਲਾਉਣੀ ਨਹੀਂ ਆਉਂਦੀ ਸੀਗੀ, ਬਟ ਇਹਨੇ ਬਾਅਦ ਜੋ ਬਾਈਕ ਚਲਾਉਣੀ ਸਿੱਖ ਲਈ। ਸੋ ਪਹਿਲਾਂ ਇਹਨੂੰ ਜਿਹੜਾ ਕੰਮ ਸੀਗਾ ਜੀ ਇੰਨਾ ਆਉਂਦਾ ਸੀਗਾ ਤੇ ਬਾਅਦ ਵਿੱਚ ਇਹਨੇ ਇੰਨਾ ਕੰਮ ਕਰ ਲਿਆ, ਠੀਕ ਹੈ ਜੀ, ਇੰਨਾ ਇਹਨੇ ਕੰਮ ਕਰ ਲਿਆ, ਮਤਲਬ ਕਿ ਬਾਈਕ ਚਲਾਉਣੀ ਇਹ ਸਿੱਖ ਗਿਆ ਮੁੰਡਾ। ਤੇ ਇਹਨੂੰ ਤੁਸੀਂ ਆ ਜਿਹੜਾ ਡਿਫਰੈਂਸ ਹੋਊਗਾ ਨਾ ਵੀ ਪਹਿਲਾਂ ਇਹਨੂੰ ਜਿਹੜਾ ਕੰਮ ਆਉਂਦਾ ਸੀ ਤੇ ਜਿਹੜਾ ਕੰਮ ਇਹ ਕਰ ਸਕਦਾ ਸੀਗਾ ਕਿਸੇ ਦੀ ਹੈਲਪ ਨਾਲ, ਆ ਜਿਹੜੀ ਇਹਨੂੰ ਹੈਲਪ ਮਿਲੀ ਆ ਨਾ, ਜਿਹੜੀ ਹੈਲਪ ਇਹਨੂੰ ਮਿਲੀ ਹੈ ਟੈਂਪਰੇਰੀ ਹੈਲਪ ਜਿਹੜੀ ਮੈਂ ਕੀਤੀ ਹੈਗੀ ਆ, ਉਹਨੂੰ ਕਹੋਗੇ ਤੁਸੀਂ ਸਕੈਫੋਲਡਿੰਗ। ਤੇ ਇਹਦੇ ਵਿੱਚ ਜਿਹੜਾ ਡਿਫਰੈਂਸ ਹੈਗਾ ਆ, ਇਹਦੇ ਵਿੱਚ ਜਿਹੜਾ ਤੁਹਾਨੂੰ ਡਿਫਰੈਂਸ ਵੇਖਣ ਨੂੰ ਮਿਲੇਗਾ ਕਿ ਜਿਹੜੀ ਚੀਜ਼ ਉਹਨੂੰ ਪਹਿਲਾਂ ਆਉਂਦੀ ਸੀਗੀ ਤੇ ਬਾਅਦ ਵਿੱਚ ਉਹਨੇ ਜਿਹੜੀ ਕਰ ਦਿੱਤੀ ਹੈ ਉਹਨੂੰ ਤੁਸੀਂ ਕਹਿੰਦੇ ਹੋ ਜੀ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ। ਕਿਉਂਕਿ ਇੱਥੋਂ ਕੁਐਸਚਨ ਬਣ ਜਾਂਦੇ ਆ, ਇਸ ਕਰਕੇ ਮੈਂ ਇਹ ਗੱਲ ਇੱਥੇ ਰਿਪੀਟ ਕਰ ਦਿੱਤੀ ਹੈ। ਵਾਈਗੋਟਸਕੀ ਦੀ ਆਪਾਂ ਗੱਲ ਕਰ ਰਹੇ ਸੀਗੇ। ਵਾਈਗੋਟਸਕੀ ਕਹਿੰਦੇ ਹੈਗੇ ਆ ਕਿ ਬੱਚਾ ਜਿਹੜਾ ਹੋਊਗਾ ਜੀ ਸਮਾਜ ਦੇ ਵਿੱਚੋਂ ਹੀ ਵਿਚਰ ਕੇ ਗੱਲਬਾਤ ਕਰਕੇ ਭਾਸ਼ਾ ਨੂੰ ਸਿੱਖਦਾ ਆ। ਉਦਾਹਰਣ ਦਿੱਤੀ ਹੈ ਕਿ ਮੰਨ ਲਓ ਤੁਸੀਂ ਇੱਕ ਜਿਹੜਾ ਨਵਾਂ ਵਰਡ ਸੀਗਾ ਕਲਾਸ ਦੇ ਵਿੱਚ ਉਹ ਸਿੱਖਿਆ ਐਂਡ ਤੁਹਾਡੇ ਟੀਚਰ ਨੇ ਉਸ ਵਰਡ ਦੀ ਵਰਤੋਂ ਕੀਤੀ, ਤੁਹਾਡੇ ਦੋਸਤ ਨੇ ਵੀ ਗੱਲਬਾਤ ਕਰਦੇ ਹੋਏ ਉਸ ਵਰਡ ਦੀ ਵਰਤੋਂ ਕੀਤੀ ਤੇ ਤੁਸੀਂ ਉਸ ਭਾਸ਼ਾ ਨੂੰ ਸੋਸ਼ਲ ਇੰਟਰਐਕਸ਼ਨ ਦੀ ਮਦਦ ਨਾਲ ਸਿੱਖ ਲਿਆ। ਤੁਹਾਡੀ ਜਦੋਂ ਕੋਈ ਮਦਦ ਕਰੇਗਾ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਮਝੋਗੇ ਉਸ ਗੱਲ ਨੂੰ। ਇੱਕ ਹੋਰ ਉਦਾਹਰਣ ਇਹਨਾਂ ਦੇ ਦਿੱਤੀ ਆ ਕਿ ਜਦੋਂ ਤੁਸੀਂ ਕੋਈ ਮੈਥ ਦਾ ਜਿਹੜਾ ਕੁਐਸਚਨ ਹੈਗਾ ਤੁਸੀਂ ਉਹ ਹੱਲ ਕਰ ਰਹੇ ਹੋ, ਕੱਲੇ ਜਦੋਂ ਤੁਸੀਂ ਕਰ ਰਹੇ ਸੀਗੇ ਬੜੀ ਮੁਸ਼ਕਲ ਆ ਰਹੀ ਸੀਗੀ, ਪਰ ਜਦੋਂ ਤੁਹਾਡੇ ਟੀਚਰ ਨੇ ਤੁਹਾਡੀ ਮਦਦ ਕੀਤੀ ਤਾਂ ਤੁਸੀਂ ਉਸ ਕੁਐਸਚਨ ਨੂੰ ਬੜੇ ਹੀ ਵਧੀਆ ਤਰੀਕੇ ਨਾਲ ਹੱਲ ਕਰ ਲਿਆ। ਸੋ ਜਿਹੜੀ ਭਾਸ਼ਾ ਹੁੰਦੀ ਹੈ ਉਹ ਵੀ ਇਸ ਤਰੀਕੇ ਨਾਲ ਹੀ ਚੱਲਦੀ ਹੁੰਦੀ ਹੈ। ਹੁਣ ਆਪਾਂ ਗੱਲ ਕਰ ਲੈਂਦੇ ਆ ਬਿਹੇਵਰਿਸਟ ਵਰਸਸ ਕੋਗਨੀਟਿਵਿਸਟ ਅਪਰੋਚਸ। ਬਿਹੇਵਰਿਸਟ ਕੌਣ ਹੈਗੇ ਸੀਗੇ ਜੀ, ਇੰਨੀ ਗੱਲ ਯਾਦ ਕਰ ਲਿਓ, ਸਕਿਨਰ ਤੇ ਪੈਵਲੋਵ ਬਿਹੇਵਰਿਸਟ ਹੈਗੇ ਸੀ। ਬਿਹੇਵਰਿਸਟ ਲਾਈਕ BF ਸਕਿਨਰ ਅਤੇ ਇਵਾਨ ਪੈਵਲੋਵ ਉਹ ਕੀ ਵਿਸ਼ਵਾਸ ਰੱਖਦੇ ਸੀਗੇ ਕਿ ਜਿਹੜੀ ਭਾਸ਼ਾ ਹੈਗੀ ਆ ਉਹਨੂੰ ਸਿੱਖਿਆ ਜਾ ਸਕਦਾ ਆ ਕਿਵੇਂ, ਨਕਲ ਕਰਕੇ, ਇਮੀਟੇਸ਼ਨ ਕਰਕੇ। ਜਿਹੜੀਆਂ ਮੈਂ ਗੱਲਾਂ ਦੱਸ ਰਿਹਾ ਕੱਲਾ ਵਰਡ ਤੁਸੀਂ ਧਿਆਨ ਨਾਲ ਸੁਣਿਓ ਕਿ ਜਦੋਂ ਆਪਾਂ ਇਵਾਨ ਪੈਵਲੋਵ ਦੀ ਗੱਲ ਕਰ ਰਹੇ ਹਾਂ, BF ਸਕਿਨਰ ਦੀ ਗੱਲ ਕਰ ਰਹੇ ਹਾਂ, ਉਹ ਕਹਿੰਦੇ ਸੀਗੇ ਕਿ ਬੱਚਾ ਭਾਸ਼ਾ ਨੂੰ ਸਿੱਖੇਗਾ ਨਕਲ ਕਰਕੇ, ਇਮੀਟੇਸ਼ਨ ਕਰਕੇ, ਪ੍ਰੈਕਟਿਸ ਕਰਕੇ, ਰੇਨਫੋਰਸਮੈਂਟ ਕਰਕੇ ਵੀ ਬੱਚਾ ਜਿਹੜਾ ਭਾਸ਼ਾ ਨੂੰ ਸਿੱਖਦਾ ਹੈ। ਐਂਡ ਜਦੋਂ ਬੱਚਾ ਕਾਪੀ ਕਰਕੇ ਕੁਝ ਬੋਲਦਾ ਆ, ਸੁਣਦਾ ਆ ਤੇ ਉਹਨੂੰ ਰਿਵਾਰਡ ਮਿਲਦਾ ਆ ਜੇਕਰ ਉਹ ਸਹੀ ਬੋਲਦਾ ਆ। ਜੇਕਰ ਬੱਚਾ ਭਾਸ਼ਾ ਵਧੀਆ ਤਰੀਕੇ ਨਾਲ ਬੋਲ ਰਿਹਾ ਤੇ ਉਹਨੂੰ ਸ਼ਾਬਾਸ਼ੀ ਮਿਲਦੀ ਹੈ। ਸੋ ਇਸ ਤਰੀਕੇ ਦੇ ਨਾਲ ਬੱਚਾ ਭਾਸ਼ਾ ਨੂੰ ਸਿੱਖਦਾ ਹੈ। ਜਿਵੇਂ ਇਹਨਾਂ ਨੇ ਇੱਕ ਉਦਾਹਰਣ ਦਿੱਤੀ ਹੈ, ਬੱਚਾ ਕਹਿੰਦਾ ਆ ਦੁੱਧ, ਮਿਲਕ, ਘਰ ਦੇ ਉਹਨੂੰ ਦੁੱਧ ਲਿਆ ਕੇ ਦੇ ਦਿੰਦੇ ਆ, ਬੱਚਾ ਖੁਸ਼ ਹੋ ਜਾਂਦਾ ਆ ਤੇ ਬੱਚਾ ਅਗਲੀ ਵਾਰ ਵੀ ਦੁੱਧ ਬੋਲੂਗਾ। ਉਹਨੂੰ ਪਤਾ ਆ ਕਿ ਵੀ ਇਹ ਕੰਮ ਕਰਦਾ ਆ ਵੀ ਮੈਂ ਜੇਕਰ ਦੁੱਧ ਬੋਲਿਆ ਤੇ ਮੈਨੂੰ ਦੁੱਧ ਮਿਲ ਜਾਣਾ ਆ। ਇੱਕ ਹੋਰ ਉਦਾਹਰਣ ਦਿੱਤੀ ਹੈ, ਟੀਚਰ ਕਹਿੰਦੇ ਆ ਵੀ ਬਹੁਤ ਵਧੀਆ, ਸ਼ਾਬਾਸ਼, ਵੈਰੀ ਗੁੱਡ, ਤੇ ਬੱਚਾ ਕੀ ਕਰੇਗਾ, ਬੱਚਾ ਹੋਰ ਜ਼ਿਆਦਾ ਉਤਸ਼ਾਹਿਤ ਹੋਏਗਾ ਕਿ ਅੱਛਾ ਵੀ ਮੈਨੂੰ ਤਾਂ ਸ਼ਾਬਾਸ਼ੀ ਮਿਲੀ ਹੈ ਤੇ ਫਿਰ ਉਹ ਭਾਸ਼ਾ ਦੀ ਸਹੀ ਵਰਤੋਂ ਕਰਦਾ ਰਹੇਗਾ। ਹੁਣ ਕੋਗਨੀਟਿਵਿਸਟ ਅਪਰੋਚ ਜਿਹੜੀ ਹੈਗੀ ਆ, ਹੁਣ ਯਾਦ ਕਰ ਲਿਓ ਕੋਗਨੀਟਿਵਿਸਟ ਕੌਣ ਸੀਗੇ ਜੀ, ਚੌਮਸਕੀ ਅਤੇ ਪਿਆਜੇ ਸੀਗੇ ਕੋਗਨੀਟਿਵਿਸਟ। ਇਹ ਮੰਨਦੇ ਸੀਗੇ ਕਿ ਭਾਸ਼ਾ ਜਿਹੜੀ ਹੁੰਦੀ ਹੈ ਨਾ ਇਹ ਕਾਪਿੰਗ ਜਾਂ ਫਿਰ ਰਿਪੀਟਿੰਗ ਨਾਲੋਂ ਕਿਤੇ ਜ਼ਿਆਦਾ ਹੁੰਦੀ ਹੈ। ਇਹਦੇ ਵਿੱਚ ਇਹਨਾਂ ਨੇ ਕਿਹਾ, ਚੌਮਸਕੀ ਅਤੇ ਪਿਆਜੇ ਨੇ, ਕਿ ਜਿਹੜੇ ਬੱਚੇ ਹੁੰਦੇ ਨੇ ਉਹ ਐਕਟਿਵ ਲਰਨਰਸ ਹੁੰਦੇ ਨੇ, ਜਿਹੜੇ ਕਿ
ਭਾਸ਼ਾ ਦੇ ਜਿਹੜੇ ਨਿਯਮ ਹੈਗੇ ਆ, ਰੂਲਸ ਹੈਗੇ ਆ, ਉਹ ਖੁਦ ਹੀ ਲੱਭ ਲੈਂਦੇ ਆ ਸੋਚ ਵਿਚਾਰ ਕਰਕੇ, ਸਮਝ ਕੇ ਚੀਜ਼ਾਂ ਨੂੰ। ਤੇ ਭਾਸ਼ਾ ਦਾ ਜਿਹੜਾ ਵਿਕਾਸ ਹੈਗਾ ਆ, ਇਹ ਬੰਨਿਆ ਹੋਇਆ ਬੱਚੇ ਦੇ ਮਾਨਸਿਕ ਵਿਕਾਸ ਦੇ ਉੱਤੇ। ਜੇਕਰ ਬੱਚੇ ਦਾ ਮਾਨਸਿਕ ਵਿਕਾਸ ਹੋਊਗਾ ਤੇ ਉਹਦੇ ਨਾਲ ਬੱਚੇ ਦਾ ਜਿਹੜਾ ਭਾਸ਼ਾ ਦਾ ਵਿਕਾਸ ਹੈਗਾ ਜੀ, ਉਹ ਵੀ ਵੇਖਣ ਨੂੰ ਮਿਲੇਗਾ। ਉਦਾਹਰਣ ਦਿੱਤੀ ਹੈ, ਜਿਵੇਂ ਇੱਕ ਬੱਚਾ ਹੈਗਾ ਆ, ਉਹ ਕਹਿੰਦਾ ਵੀ ਆਈ ਗੋਡ ਟੂ ਦਾ ਪਾਰਕ, ਵੀ ਮੈਂ ਪਾਰਕ ਵਿੱਚ ਗਿਆ। ਹਾਲਾਂਕਿ ਗੋਡ ਜਿਹੜਾ ਵਰਡ ਲਿਖਿਆ ਆ ਉਹ ਗਲਤ ਲਿਖਿਆ ਹੋਇਆ, ਉਹ ਆਪਾਂ ਨੂੰ ਵੀ ਪਤਾ, ਬਟ ਇੱਥੇ ਬੱਚਾ ਇਹ ਕਹਿ ਰਿਹਾ। ਇੱਥੇ ਬੱਚੇ ਨੂੰ ਕਹਿਣਾ ਚਾਹੀਦਾ ਸੀਗਾ ਕਿ ਆਈ ਵੈਂਟ ਟੂ ਦਾ ਪਾਰਕ। ਇਸ ਚੀਜ਼ ਤੋਂ ਸਾਨੂੰ ਪਤਾ ਲੱਗਦਾ ਆ ਕਿ ਬੱਚਾ ਕੋਸ਼ਿਸ਼ ਕਰ ਰਿਹਾ ਕਿ ਜਿਹੜੇ ਉਹਨੇ ਰੂਲਸ ਯਾਦ ਕੀਤੇ ਸੀਗੇ ਉਹਦੀ ਵਰਤੋਂ ਕੀਤੀ ਜਾਵੇ। ਜਿਵੇਂ ਕਿ ਈਡੀ ਲਗਾਉਣ ਦੇ ਨਾਲ ਉਹਨੂੰ ਪਤਾ ਆ ਕਿ ਵੀ ਪਾਸਟ ਟੈਂਸ ਬਣ ਜਾਂਦਾ ਆ, ਪਰ ਉਹਨੂੰ ਅਜੇ ਤੱਕ ਕੁਝ ਐਕਸੈਪਸ਼ਨ ਦਾ ਨਹੀਂ ਪਤਾ। ਸੋ ਕੁੱਲ ਮਿਲਾ ਕੇ ਇਹ ਕਹਿੰਦੇ ਸੀਗੇ ਕਿ ਬੱਚੇ ਦੇ ਮਾਨਸਿਕ ਵਿਕਾਸ ਦੇ ਨਾਲ ਹੀ ਬੱਚੇ ਦਾ ਭਾਸ਼ਾ ਦਾ ਵਿਕਾਸ ਹੁੰਦਾ ਆ। ਇੱਕ ਜਿਹੜੀ ਕ੍ਰੈਸ਼ਨ ਦੀ ਹਾਈਪੋਥੀਸਿਸ ਸਮਰਾਈਜ਼ਡ ਹੈਗੀ ਆ, ਜੋ ਇੱਕ ਵਾਰ ਤੁਸੀਂ ਇਹਨੂੰ ਫਿਰ ਵੇਖ ਲਓ। ਐਕਵਾਜੀਸ਼ਨ ਲਰਨਿੰਗ ਹਾਈਪੋਥੀਸਿਸ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਬੱਚਾ ਭਾਸ਼ਾ ਨੂੰ ਸਿੱਖੇਗਾ ਕੁਦਰਤੀ ਤੌਰ ਤੇ ਲਰਨ ਕਰਦਾ ਆ ਕੌਨਸ਼ੀਅਸਲੀ। ਮੋਨੀਟਰ ਹਾਈਪੋਥੀਸਿਸ ਦੇ ਵਿੱਚ ਆਪਾਂ ਭਾਸ਼ਾ ਨੂੰ ਕੀ ਕਰਦੇ ਹੈਗੇ ਆ, ਖੁਦ ਕਰੈਕਟ ਕਰਦੇ ਹੈਗੇ ਆ ਗ੍ਰਾਮਰ ਦੀ ਵਰਤੋਂ ਦੇ ਨਾਲ, ਜਿਨ੍ਹਾਂ ਨੂੰ ਆਪਾਂ ਸਿੱਖਿਆ ਹੁੰਦਾ ਆ। ਨੈਚੁਰਲ ਆਰਡਰ ਹਾਈਪੋਥੀਸਿਸ ਦੇ ਵਿੱਚ ਆਪਾਂ ਕੀ ਕਰਦੇ ਆ, ਗ੍ਰਾਮਰ ਰੂਲਸ ਨੂੰ ਆਪਾਂ ਸਿੱਖਦੇ ਹੈਗੇ ਆ ਪ੍ਰੈਡਿਕਟੇਬਲ ਆਰਡਰ ਦੇ ਵਿੱਚ। ਇਨਪੁਟ ਹਾਈਪੋਥੀਸਿਸ ਦੇ ਵਿੱਚ ਆਪਾਂ ਕੀ ਕਰਦੇ ਆ, ਵੀ ਲਰਨ ਬੈਸਟ, ਆਪਾਂ ਬਹੁਤ ਵਧੀਆ ਤਰੀਕੇ ਨਾਲ ਉਦੋਂ ਹੀ ਸਿੱਖਦੇ ਹੈਗੇ ਆ ਜਦੋਂ ਆਪਾਂ ਨੂੰ ਕੁਝ ਚੈਲੰਜਸ ਮਿਲਦੇ ਹੈਗੇ ਆ ਜਿਹੜੇ ਕਿ ਇੱਕ ਲੈਵਲ ਸਿਰਫ ਉੱਪਰ ਹੋਣ, ਨਾ ਕਿ ਜ਼ਿਆਦਾ ਉੱਪਰ ਹੋਣ। ਇਫੈਕਟਿਵ ਫਿਲਟਰ ਹਾਈਪੋਥੀਸਿਸ ਦੇ ਵਿੱਚ ਆਪਾਂ ਕਿਸੇ ਭਾਸ਼ਾ ਨੂੰ ਵਧੀਆ ਤਰੀਕੇ ਨਾਲ ਫੇਰ ਹੀ ਸਿੱਖ ਸਕਦੇ ਹਾਂ ਜੇਕਰ ਆਪਣਾ ਮਾਈਂਡ ਰਿਲੈਕਸ ਹੋਊਗਾ, ਆਪਾਂ ਡਰੇ ਹੋਈਏ ਨਾ ਹੋਈਏ। ਸੋ ਦੋਸਤੋ, ਇਹ ਸੀਗੀ ਜੀ ਅੱਜ ਦੀ ਆਪਣੀ ਵੀਡੀਓ ਮੈਨੂੰ ਲੱਗਦਾ ਥੋੜੀ ਜੀ ਲੌਂਗ ਹੋ ਗਈ ਹੋਣੀ ਆ, ਬਟ ਜਿੰਨੇ ਪੁਆਇੰਟਸ ਮੈਂ ਦੱਸੇ ਹੈ ਇਹ ਸਾਰੇ ਪੁਆਇੰਟ ਕਾਫੀ ਇੰਪੋਰਟੈਂਟ ਹੈਗੇ ਆ। ਸੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਕਰ ਦਿਓ ਲਾਈਕ, ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ informative and interesting videos ਬਣਾਉਂਦੇ ਰਹਿੰਦੇ ਆ। Thank you so much for watching. God bless you all.